आप सभी से निवेदन कि अपना स्थान ग्रहण कर लें। जलियांवाले बाग के शहीदों ਨੂੰ ਇਸ ਭਾਵਪੂਰਤ ਸ਼ਰਧਾਂਜਲੀ ਤੋਂ ਬਾਅਦ ਮੈਂ ਬਹੁਤ ਹੀ ਸਤਿਕਾਰ ਨਾਲ ਬੇਨਤੀ ਕਰਾਂਗਾ ਮੈਂਬਰ ਪਾਰਲੀਮੈਂਟ ਤੇ ਜਲਿयांवाला ਬਾਗ ਮੈਮੋਰੀਅਲ ਟਰਸਟ ਦੇ ਮੈਂਬਰ ਸ਼੍ਰੀ ਸ਼ਵੇਤ ਮਲਿਕ ਜੀ ਨੂੰ ਕਿ ਉਹ ਸਾਰੇ ਬਲਵੰਤੇ ਸੱਜਣਾ ਦਾ ਰਸਮੀ ਤੌਰ ਤੇ ਸਵਾਗਤ ਕਰਨ। ਸ਼੍ਰੀ ਸ਼ਵੇਤ ਮਲਿਕ ਜੀ। ਕਿਸੇ ਮਹਾਨ ਮਨੁੱਖ ਦਾ ਆਪਣੇ ਸ਼ਹਿਰ ਵਿੱਚ ਆਉਣਾ ਚੰਗੀ ਕਿਸਮਤ ਦੀ ਗੱਲ ਹੈ। ਕਿਸੇ ਮਹਾਨ ਮਨੁੱਖ ਨੂੰ ਨਜ਼ਦੀਕੀ ਤੋਂ ਵੇਖਣਾ ਕਿਸਮਤ ਦੀ ਗੱਲ ਹੈ ਅਤੇ ਜੇ ਸਾਨੂੰ ਕਿਸੇ ਮਹਾਨ ਮਨੁੱਖ ਦੀ ਮੌਜੂਦਗੀ ਮਿਲਦੀ ਹੈ ਅਤੇ ਉਸ ਨੂੰ ਨਮਸਕਾਰ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਹ ਵੱਡੀ ਕਿਸਮਤ ਦੀ ਗੱਲ ਹੈ। ਮੈਨੂੰ ਅੱਜ ਮਹਾਨ ਮਨੁੱਖ ਯੁੱਗ ਪੁਰਸ਼ ਗਤੀਸ਼ੀਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਨਮਸਕਾਰ ਕਰਨ ਦਾ ਮਹਾਨ ਸੁਭਾਗ ਪ੍ਰਾਪਤ ਹੋਇਆ। ਅੱਜ ਮੇਰੀ ਜ਼ਿੰਦਗੀ ਧਨ ਹੋ ਗਈ ਹੈ। ਅੱਜ ਦੇ ਇਸ ਸ਼ੁਭ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਪ੍ਰੇਰਨਾ ਸਰੋਤਰ ਦੇਸ਼ ਦੇ ਸਫਲ ਗਤੀਸ਼ੀਲ ਕਰਮਯੋਗੀ ਤੇ ਵਿਸ਼ਵ ਦੇ ਸਭ ਤੋਂ ਪ੍ਰਸਿੱਧ ਨੇਤਾ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਵਾਗਤ ਕਰਾਂਗਾ ਜੋ ਅੱਜ ਕੁਰਬਾਨੀ ਦੀ ਪ੍ਰਮੁੱਖ ਭੂਮੀ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿੱਚ ਸਥਿਤ ਹੈ। ਇਸ ਧਰਤੀ ਉੱਤੇ ਹਜ਼ਾਰਾਂ ਸ਼ਹੀਦਾਂ ਦੀਆਂ ਰੂਹਾਂ ਆਰਾਮ ਕਰ ਰਹੀਆਂ ਨੇ। ਉਸ ਦੇ ਨਵੀਨੀਕਰਨ ਕਰ ਦੇਸ਼ ਦੇ ਲੋਕਾਂ ਨੂੰ ਅੱਜ ਮਾਨਯੋਗ ਮੋਦੀ ਜੀ ਸਮਰਪਿਤ ਕਰ ਰਹੇ ਨੇ। ਇਤਿਹਾਸ ਗਵਾਹ ਹੈ ਕਿ ਕਿਸੇ ਕੰਮ ਦਾ ਮਾਣ ਉਦੋਂ ਹੀ ਜਾਗਦਾ ਰਹਿੰਦਾ ਹੈ ਜਦੋਂ ਉਹ ਅਗਲੀ ਪੀੜ੍ਹੀ ਨੂੰ ਵੀ ਸਿਖਾਉਂਦਾ ਹੈ, ਪ੍ਰੇਰਨਾ ਦਿੰਦਾ ਹੈ। ਕਿਸੇ ਰਾਸ਼ਟਰ ਦਾ ਭਵਿੱਖ ਉਦੋਂ ਹੀ ਰੋਸ਼ਨ ਹੁੰਦਾ ਹੈ ਜਦੋਂ ਉਹ ਆਪਣੇ ਪੁਰਾਣੇ ਅਨੁਭਵਾਂ ਅਤੇ ਵਿਰਾਸਤ ਤੋਂ ਮਾਣ ਪਲ ਜੁੜਿਆ ਰਹਿੰਦਾ ਹੈ। ਫਿਰ ਭਾਰਤ ਕੋਲ ਮਾਣ ਕਰਨ ਲਈ ਇੱਕ ਵਿਸ਼ਾਲ ਦੌਲਤ ਹੈ, ਇੱਕ ਅਮੀਰ ਇਤਿਹਾਸ ਹੈ, ਇੱਕ ਚੇਤਨ ਸੱਭਿਆਚਾਰਕ ਵਿਰਾਸਤ ਹੈ। ਇਸ ਲਈ ਆਜ਼ਾਦੀ ਦੇ 75ਵੇਂ ਸਾਲ ਦੇ ਇਸ ਮੌਕੇ ਤੇ ਅਜੇਕੀ ਪੀੜ੍ਹੀ ਨੂੰ ਇਹ ਅੰਮ੍ਰਿਤ ਦੀ ਤਰ੍ਹਾਂ ਦਿੱਤਾ ਜਾਏਗਾ। ਅਜਿਹਾ ਅੰਮ੍ਰਿਤ ਜੇ ਸਾਨੂੰ ਹਰ ਪਲ ਦੇਸ਼ ਲਈ ਜੀਣ, ਦੇਸ਼ ਲਈ ਕੁਝ ਕਰਨ ਲਈ ਪ੍ਰੇਰਿਤ ਕਰੇਗਾ। ਅੱਜ ਤਕਰੀਬਨ 1.5 ਸਾਲ ਬਾਅਦ ਇਹ ਬਾਗ ਆਪਣੀ ਪੂਰੀ ਸ਼ਾਨੋ ਸ਼ੌਕਤ ਨਾਲ ਖੜਾ ਹੋਇਆ ਹੈ। ਅੱਜ ਇਸ ਪਵਿੱਤਰ ਸਥਾਨ ਨੂੰ ਲਗਭਗ ਪ੍ਰਧਾਨ ਮੰਤਰੀ ਜੀ ਦੁਆਰਾ ਦਿੱਤੇ ਗਏ 20 ਕਰੋੜ ਦੀ ਲਾਗਤ ਦੇ ਨਾਲ ਬਿਲਕੁਲ ਨਵਾਂ ਰੂਪ ਦਿੱਤਾ ਗਿਆ ਹੈ। ਸ਼ਹੀਦੀ ਖੂਹ ਦੀ ਪੂਰੀ ਤਰ੍ਹਾਂ ਮੁਰੰਮਤ ਕੀਤੀ ਗਈ ਹੈ। ਨਵੀਂ ਗੈਲਰੀਆਂ, ਗੋਲੀਆਂ ਦੇ ਨਿਸ਼ਾਨ ਵਾਲੀਆਂ ਕੰਧਾਂ ਨੂੰ ਵੀ ਸੁਰੱਖਿਅਤ ਰੱਖਿਆ ਗਿਆ ਹੈ। ਲਾਈਟ ਐਂਡ ਸਾਊਂਡ ਨਾਲ ਇੱਕ ਡਿਜੀਟਲ ਡਾਕੂਮੈਂਟਰੀ ਥੀਏਟਰ ਵੀ ਤਿਆਰ ਕੀਤਾ ਗਿਆ ਹੈ। ਜੋ ਲੋਕ ਜਲਿਆਂਵਾਲੇ ਬਾਗ ਦੇ ਕਤਲੇਆਮ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਣ, ਉਹਨਾਂ ਨੂੰ ਪਤਾ ਲੱਗੇ ਕਿ ਉਹ ਪਿਛੋਕੜ ਕੀ ਹੈ, ਕਿ ਜਿਨ੍ਹਾਂ ਸ਼ਹੀਦਾਂ ਦੇ ਕਾਰਨ ਹੀ ਅੱਜ ਅਸੀਂ ਆਪਣੀ ਆਜ਼ਾਦੀ ਦੀਆਂ ਠੰਡੀਆਂ ਹਵਾਵਾਂ ਦਾ ਆਨੰਦ ਲੈ ਰਹੇ ਹਾਂ। ਇਹ ਥੀਏਟਰ ਵਿੱਚ 80 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਪਵਿੱਤਰ ਕਾਰਜ ਤੋਂ ਇੱਥੇ ਆਉਣ ਵਾਲੇ ਲੱਖਾਂ ਦੇਸ਼ਵਾਸੀਆਂ ਨੂੰ 13 ਅਪ੍ਰੈਲ 1919 ਨੂੰ ਕਾਤਲ ਆਤੰਕਵਾਦੀ ਹਥਿਆਰੇ ਡਾਇਰ ਦੁਆਰਾ ਹਜ਼ਾਰਾਂ ਨਿਰਦੋਸ਼ ਰਾਸ਼ਟਰਭਗਤ ਦੇਸ਼ਵਾਸੀਆਂ ਦੀ ਹੱਤਿਆ ਦੇ ਘਿਨੌਣੇ ਅਪਰਾਧ ਬਾਰੇ ਜਾਣਕਾਰੀ ਮਿਲੇਗੀ ਅਤੇ ਆਜ਼ਾਦੀ ਦੇ ਸੁਨਹਿਰੇ ਇਤਿਹਾਸ ਦੀ ਕੁਰਬਾਨੀਆਂ ਕਰਨ ਵਾਲਿਆਂ ਦੀ ਯਾਦ ਆਏਗੀ। ਇੱਥੇ ਆਉਣ ਵਾਲੇ ਸਾਰੇ ਯਾਤਰੂਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਵੀ ਟਰਸਟ ਦੁਆਰਾ ਪ੍ਰਬੰਧ ਕੀਤਾ ਗਿਆ ਹੈ। ਅਤੇ ਮੈਂ ਇੱਕ ਵਾਰ ਫੇਰ ਆਪਣੇ ਹਰਮਨ ਪਿਆਰੇ ਨੇਤਾ, ਆਪਣੇ ਪ੍ਰੇਰਨਾ ਸਰੋਤਰ ਸ਼੍ਰੀ ਨਰਿੰਦਰ ਮੋਦੀ ਜੀ, ਜੋ ਕਿ ਜਲਿਆਂਵਾਲੇ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦੇ ਚੇਅਰਮੈਨ ਵੀ ਹਨ, ਉਹਨਾਂ ਨੂੰ ਇਸ ਇਤਿਹਾਸਿਕ ਕੰਮ ਲਈ ਹਾਰਦਿਕ ਧੰਨਵਾਦ ਕਰਦਾ ਅਤੇ ਆਪਣੇ ਭਾਸ਼ਣ ਨੂੰ ਵਿਰਾਮ ਕਰਦਾ। प्रधानमंत्री जी, साहिबान, गवर्नर साहब, पतवंते सज्जनों, मुख्यमंत्री साहिबान जो अज इत्थे विराजमान ने, मैंबर पार्लीमेंट, MLA साहिबान और सब तो ज़्यादा
ਮੇਰੇ ਸ਼ਹੀਦ ਪਰਿਵਾਰਾਂ ਦੇ ਜਿਹੜੇ ਅੱਜ ਉਹਨਾਂ ਦੀ ਨਵੀਂ ਪੀੜ੍ਹੀ ਹੈ, ਇੱਕ ਪੀੜ੍ਹੀ ਅੱਗੇ ਆ ਗਈ, ਜਿਹੜੇ ਅੱਜ ਇੱਥੇ ਬਿਰਾਜਮਾਨ ਨੇ। ਇਸ 'ਤੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਇੰਨਾ ਸੋਚ ਕੇ 102 ਸਾਲ ਹੋ ਗਏ ਨੇ ਉਸ ਵਾਕਿਆਤ ਤੋਂ, ਔਰ ਉਸ 102 ਸਾਲ ਦੇ ਵਿੱਚ ਤੋਂ ਬਾਅਦ ਇਸ ਦਾ ਰੈਨੋਵੇਸ਼ਨ ਜੋ ਹੋ ਰਿਹਾ, ਨਵੀਂ ਇੱਕ ਰੂਪ ਰੇਖਾ ਜੋ ਦਿੱਤੀ ਗਈ ਹੈ ਇਸ ਜਲਿਆਂਵਾਲਾ ਬਾਗ ਨੂੰ, ਉਹਦਾ ਅੱਜ ਦੇਸ਼ ਨੂੰ ਸਮਰਪਿਤ ਕਰ ਰਹੇ ਨੇ। ਇਹ ਜਿਹੜਾ ਵਾਕਿਆਤ ਹੋਇਆ ਮੇਰਾ ਖਿਆਲ ਸਾਰੀ ਦੁਨੀਆ ਜਾਣਦੀ ਹੈ, ਲੇਕਿਨ ਇਹ ਨਹੀਂ ਜਾਣਦੀ ਕਿ 102 ਸਾਲ ਬੇਸ਼ੱਕ ਹੋ ਗਏ, ਪਰ ਅੱਜ ਤਾਈਂ ਅਸੀਂ ਨਹੀਂ ਜਾਣਦੇ ਕਿ ਕਿੰਨੇ ਉੱਥੇ ਸ਼ਹੀਦ ਹੋਏ ਨੇ ਲੋਕ। ਅਸੀਂ ਵਿਸਾਖੀ, ਖੂਨੀ ਵਿਸਾਖੀ ਜਿਹੜੀ ਕਹਿੰਦੇ ਨੇ 1919 ਦੀ, ਦੇਖ ਲਓ 102 ਸਾਲ ਹੋ ਗਏ, ਲੇਕਿਨ ਸਾਡੇ ਜਿਹੜੇ ਰਿਕਾਰਡ ਦੇ ਵਿੱਚ ਹੈ 488 ਬੰਦਿਆਂ ਦੀ ਉੱਥੇ ਸ਼ਹਾਦਤ ਹੋਈ, ਲੇਕਿਨ ਜਿਹੜੇ ਪਿੰਡਾਂ 'ਚ ਗਏ, ਪਿੰਡਾਂ 'ਚ ਮਰੇ, ਪਿੰਡਾਂ ਜ਼ਖਮਾਂ ਤੋਂ ਮਰੇ, ਕੁਛ ਨਹੀਂ ਪਤਾ। ਉਹਦੀ ਹੁਣ ਅਸੀਂ ਰਿਸਰਚ ਟੀਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਗਾਈ ਹੋਈ ਹੈ ਪਤਾ ਕਰਨ ਨੂੰ ਕਿ ਕਿਹੜੇ ਪਿੰਡ 'ਚੋਂ ਕਿੰਨੇ ਸ਼ਹਾਦਤਾਂ ਹੋਈਆਂ ਨੇ ਔਰ ਕੀ ਕੁਛ ਹੋਇਆ ਉੱਥੇ। ਜ਼ਰੂਰੀ ਹੈ ਕਿਉਂਕਿ ਜਲਿਆਂਵਾਲਾ ਬਾਗ 6 ਕਿੱਲੇ ਦੇ ਵਿੱਚ ਬਣਾਇਆ ਸੀਗਾ, ਔਰ ਉਹ 6 ਕਿੱਲਿਆਂ ਦੇ ਵਿੱਚ 10,000 ਬੰਦੇ ਇਕੱਠੇ ਹੋ ਗਏ ਸੀ, ਕੋਈ ਜਗ੍ਹਾ ਹੀ ਨਹੀਂ ਸੀ ਕਿਤੇ ਨੂੰ ਖੱਬੇ ਸੱਜੇ ਜਾਣ ਨੂੰ। ਔਰ ਜਦ ਡਾਇਰ ਨੇ ਆਪਣੀ ਫੌਜ ਨੂੰ ਲਿਆ ਕੇ ਉੱਥੇ ਫਾਇਰਿੰਗ ਕੀਤੀ, 1650 ਗੋਲੀਆਂ ਚੱਲੀਆਂ, ਤਾਂ ਉਹਨਾਂ ਦਾ ਜਿੱਥੋਂ ਫਾਇਰਿੰਗ ਹੋਈ ਔਰ ਜਿੱਥੇ ਲੋਕ ਉੱਥੇ ਖੜੇ ਸੇ ਸੁਣ ਰਹੇ ਸੇ ਆਪਣੇ ਲੀਡਰਾਂ ਨੂੰ, ਫਾਸਲਾ ਸਿਰਫ 15 ਤੋਂ 17 ਗਜ਼ ਤੱਕ ਸੀਗਾ। ਤਾਂ ਇੱਕ ਗੋਲੀ ਸ਼ਾਇਦ 2 ਜਾਂ 3 ਜਾਂ 4 ਦੇ ਵਿੱਚ ਦੀ ਲੰਘੀ ਹੋਣੀ ਹੈ। ਤਾਂ ਹੀ ਜ਼ਰੂਰੀ ਹੈ ਪਤਾ ਕਰਨਾ ਕਿ ਕਿਹੜੇ ਸੇ ਉਹ ਸ਼ਹੀਦ ਜਿਨ੍ਹਾਂ ਨੇ ਉਹ ਦਿਨ ਆਪਣੀ ਸ਼ਹਾਦਤ ਦਿੱਤੀ। ਔਰ ਉਹ ਪਿੰਡਾਂ ਪਹਿਲਾਂ ਹੀ ਕਿਹਾ ਹੋਇਆ ਹੈ ਕਿ ਜਿੱਥੇ ਇਹਨਾਂ ਦੇ ਪਿੰਡ ਨੇ, ਅਸੀਂ ਉਹ ਪਿੰਡਾਂ ਵਿੱਚ ਸਪੈਸ਼ਲ ਗ੍ਰਾਂਟਾਂ ਦੇ ਰਹੇ ਹਾਂ ਤਾਂ ਕਿ ਉਹਨਾਂ ਦੀ ਯਾਦ ਉੱਥੇ ਬਣਾਈ ਜਾਏ। ਔਰ ਇਹ ਇੱਥੇ ਹੀ ਨਹੀਂ, ਇਹ ਤਾਂ ਇੱਥੋਂ ਸ਼ੁਰੂਆਤ ਹੋਈ ਹੈ 1919 ਵਿੱਚ, ਇੱਥੋਂ ਫਿਰ ਜ਼ੋਰ ਫੜਿਆ ਸਾਡੀ ਆਜ਼ਾਦੀ ਦੀ ਲੜਾਈ 'ਚ। ਔਰ ਇੱਥੋਂ ਇੱਕ ਨੌਜਵਾਨ 2 ਦਿਨਾਂ ਬਾਅਦ ਉੱਥੇ ਆਇਆ ਔਰ ਉੱਥੋਂ ਲਾਲ ਧਰਤੀ ਜੋ ਖੂਨ ਨਾਲ ਲਿਬੜੀ ਹੋਈ ਸੀ ਧਰਤੀ, ਉਹਦੀ ਮਿੱਟੀ ਚੱਕ ਕੇ ਇੱਕ ਬੋਤਲ ਛੋਟੀ ਰੱਖ ਕੇ ਕਈ ਸਾਲ ਆਪਣੇ ਸਰਾਣੇ 'ਤੇ ਉੱਥੇ ਮੇਜ਼ ਦੇ ਉੱਪਰ ਰੱਖਦੇ ਸੀ। ਇਹ ਕੌਣ ਸੀ? ਸ਼ਹੀਦ ਊਧਮ ਸਿੰਘ। ਔਰ ਉਹ ਸ਼ਹੀਦ ਊਧਮ ਸਿੰਘ, ਮੌਕਾ ਮਿਲਿਆ ਉਹਨਾਂ ਨੂੰ ਜਦੋਂ ਲੰਡਨ ਦੇ ਵਿੱਚ ਗਏ ਔਰ ਕਲੈਕਸਟਨ ਹਾਲ ਦੇ ਵਿੱਚ ਇਹ ਕੁਛ ਹਿੰਦੁਸਤਾਨ ਬਾਰੇ ਕੋਈ ਉੱਥੇ ਕੋਈ ਚਰਚਾ ਹੋ ਰਹੀ ਸੀ, ਉਹ ਜਾ ਕੇ ਅੰਦਰ ਮਾਈਕਲ ਓਡਾਇਰ ਜੋ ਗਵਰਨਰ ਸੀ ਜਿਹਨੇ ਹੁਕਮ ਦਿੱਤਾ ਸੀ, ਉਸ ਨੂੰ ਗੋਲੀ ਮਾਰ ਕੇ ਖਤਮ ਕੀਤੀ। ਤਾਂ ਪ੍ਰਧਾਨ ਮੰਤਰੀ ਜੀ, ਮੇਰੀ ਆਪ ਨੂੰ ਇੱਕ ਬੇਨਤੀ ਹੈ, ਮੈਂ ਆਪ 'ਤੇ ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਵੀ ਲਿਖੀ ਹੈ ਕਿ ਉਹ ਜਿਹੜੀ ਪਿਸਟਲ ਸੀ ਊਧਮ ਸਿੰਘ ਦੀ ਔਰ ਉਹ ਜਿਹੜੀ ਉਹਨਾਂ ਦੀ ਡਾਇਰੀ ਸੀ, ਉਹਨੂੰ ਅਗਰ UK ਦੀ ਸਰਕਾਰ ਨੂੰ ਪੁੱਛ ਕੇ ਅਸੀਂ ਵਾਪਸ ਲਿਆਏ ਤਾਂ ਕਿ ਉਹ ਜਿਹੜੀ ਸਾਡੀ ਆਜ਼ਾਦੀ ਦੀ ਇੱਕ ਨੁਮਾਇਸ਼ ਲੱਗਦੀ ਹੈ, ਜਿੱਥੇ ਵੀ ਆਪਣੇ ਉਰੇ ਵੀ ਬਣਾ ਰਹੇ ਜਲਿਆਂਵਾਲਾ ਬਾਗ ਵਿੱਚ ਅਸੀਂ ਊਧਮ ਸਿੰਘ ਦੀ ਉੱਥੇ ਸੁਨਾਮ ਵੀ ਬਣਾਈ ਹੈ, ਉੱਥੇ ਸਾਰੀਆਂ ਉਹਨਾਂ ਦੀਆਂ ਚੀਜ਼ਾਂ ਅਸੀਂ ਰੱਖ ਸਕੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਦੇਖ ਲਏ ਔਰ ਦੇਖ ਲਏ ਇਹਨਾਂ ਦੇ ਬਜ਼ੁਰਗਾਂ ਨੇ ਆਪਣੇ ਦੇਸ਼ ਵਾਸਤੇ, ਆਪਣੇ ਪੰਜਾਬ ਵਾਸਤੇ, ਆਪਣੀ ਕੌਮ ਵਾਸਤੇ ਕਿਆ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ। ਉਹਨੇ ਸਦਾ ਯਾਦ ਰੱਖਣ ਕਿ ਜਦੋਂ ਵੀ ਮੌਕਾ ਆਵੇਗਾ ਕਿ ਸਾਡੇ ਪੰਜਾਬ ਵਾਸਤੇ ਜਾਂ ਸਾਡੇ ਦੇਸ਼ ਵਾਸਤੇ ਉਹ ਕੁਰਬਾਨੀ ਦੀ ਲੋੜ ਪਵੇ ਤਾਂ ਯਾਦ ਕਰੋ ਆਪਣੇ ਬਜ਼ੁਰਗਾਂ ਨੂੰ, ਔਰ ਉਹ ਬਜ਼ੁਰਗਾਂ ਦੀ ਜੋ ਕੁਰਬਾਨੀ ਦਿੱਤੀ ਹੈ ਉਹ ਸਦਾ ਤੁਹਾਡੇ ਨਾਲ ਰਹੇ। ਔਰ ਮੈਂ ਅੱਜ ਸਿਰਫ ਅਰਦਾਸ ਕਰਦਾ ਆਪਣੇ ਅਕਾਲ ਪੁਰਖ ਦੇ ਚਰਨਾਂ 'ਚ ਕਿ ਇਹਨਾਂ ਦੇ ਪਵਿੱਤਰ ਆਤਮਾਵਾਂ ਨੂੰ ਆਪਣੇ ਚਰਨਾਂ 'ਚ ਨਿਵਾਜਣ ਔਰ ਸਾਰੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਦਿਲਾਂ ਦੇ ਵਿੱਚ ਆਪਣੀ ਦੇਸ਼ ਸੇਵਾ ਭਰ ਕੇ ਰੱਖਣ। ਜੈ ਹਿੰਦ। ਤੁਹਾਡੇ ਇਹਨਾਂ ਸ਼ਬਦਾਂ ਵਾਸਤੇ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ। जलियांवाला बाग, इसी प्रांगण में ही परतंत्र भारत से स्वतंत्र भारत के सफर की अनेकों गाथाओं को कला की विभिन्न विधियों, आधुनिक व पारंपरिक कलाकारों की कला का उत्कृष्ट नमूना प्रस्तुत करती गैलरीज और म्यूजियम के साथ साथ
इस शहीदी स्मारक के नवीन, सुरक्षित, संरक्षित स्वरूप के लोकार्पण के लिए सादर अनुरोध माननीय प्रधानमंत्री श्री नरेंद्र मोदी जी से कि वे कृपया अपने कर कमलों द्वारा इस शुभ कार्य को अंजाम दें। पंजाब के राज्यपाल श्री वीपी सिंह बदनौर जी, पंजाब के मुख्यमंत्री कैप्टन अमरिंदर सिंह जी, केंद्रीय मंत्रिमंडल में मेरे सहयोगी श्री जी किशन रेड्डी जी, श्री अर्जुन राम मेघवाल जी, श्री सोम प्रकाश जी, संसद में मेरे सहयोगी श्री श्वेत मलिक जी, कार्यक्रम में जुड़े सभी आदरणीय मुख्यमंत्रीगण, जनप्रतिनिधिगण, शहीदों के परिवारजन, भाई और बहनों, पंजाब की वीर भूमि को, जलियांवाला बाग की पवित्र मिट्टी को मेरा अनेक अनेक प्रणाम। मां भारती की उन संतानों को भी नमन जिनके भीतर जलती आजादी की लौ को बुझाने के लिए अमानवीयता की सारी हदें पार कर दी गई। वो मासूम बालक बालिकाएं, वो बहनें, वो भाई जिनके सपने आज भी जलियांवाला बाग की दीवारों में अंकित गोलियों के निशाने में दिखते हैं। वो शहीद कुआं जहां अनगिनत माताओं बहनों की ममता छीन ली गई, उनका जीवन छीन लिया गया, उनके सपनों को रौंद डाला गया, उन सभी को आज हम याद कर रहे हैं। भाई और बहनों, जलियांवाला बाग वो स्थान है जिसने सरदार उधम सिंह, सरदार भगत सिंह जैसे अनगिनत क्रांतिवीरों, बलिदानियों, सेनानियों हिंदुस्तान की आजादी के लिए मर मिटने का हौसला दिया। 13 अप्रैल 1919 के वो 10 मिनट हमारी आजादी की लड़ाई की वो सत्य गाथा, चीर गाथा बन गए, जिसके कारण आज हम आजादी का अमृत महोत्सव मना पा रहे हैं। ऐसे में आजादी के 75वें वर्ष में जलियांवाला बाग का स्मारक का आधुनिक रूप देश को मिलना हम सभी के लिए बहुत बड़ी प्रेरणा का अवसर है। ये मेरा सौभाग्य रहा है। కన్స్ట్రక్షన్ రంగాలలో దశాబ్దపు అనుభవంతో కస్టమర్ల మరియు శ్రేయోభిలాషుల మన్ననలను నమ్మకాన్ని గెలుపొందిన సంస్థ విఆర్ఆర్ కన్స్ట్రక్షన్స్. నాణ్యతకు నమ్మకానికి మారుపేరు విఆర్ఆర్ కన్స్ట్రక్షన్స్. ఇండిపెండెంట్ హౌసెస్, అపార్ట్మెంట్స్, విల్లాస్ అన్ని రకాల హంగులతో అలరించే అద్భుతమైన వెంచర్స్ తో పాటు అందరికీ అందుబాటు ధరలో సొంత ఇంటి కలను సాకారం చేసే నమ్మకమైన సంస్థ విఆర్ఆర్ కన్స్ట్రక్షన్స్. Please visit VRR Constructions, Varatex Plaza near Radhika Theatre, ECL X Road, Hyderabad. Call to 9100885551 9100885559. कि मुझे कई बार जलियांवाला बाग की इस पवित्र धरती पर आने का, यहां की पवित्र मिट्टी को माथे पर लगाने का सौभाग्य मिला है। आज जो रेनोवेशन का काम हुआ है, उसने बलिदान की अमर गाथाओं को और जीवंत बना दिया है। यहां जो अलग अलग गैलरी बनाई गई हैं,
जो दीवारों में शहीदों के चित्र उकेरे गए हैं, शहीद उधम सिंह जी की प्रतिमा है, वो सब हमें उस कालखंड में लेकर जाते हैं। जलियांवाला बाग नरसंहार से पहले इस स्थान पर पवित्र वैशाखी के मेले लगते थे। इसी दिन गुरु गोविंद सिंह जी ने सर्वदा भला की भावना के साथ खालसा पंथ की स्थापना की थी। आजादी के 75वें साल में जलियांवाला बाग का ये नया स्वरूप देशवासियों को इस पवित्र स्थान के इतिहास के बारे में, इसके अतीत के बारे में बहुत कुछ जानने के लिए प्रेरित करेगा। ये स्थान नई पीढ़ी को हमेशा याद दिलाएगा कि हमारी आजादी की यात्रा कैसी रही है। यहां तक पहुंचने के लिए हमारे पूर्वजों ने क्या क्या किया है, कितना त्याग, कितना बलिदान, अनगिनत संघर्ष। राष्ट्र के प्रति हमारे कर्तव्य क्या होने चाहिए, कैसे हमें अपने हर काम में देश को सर्वोपरि रखना चाहिए, इसकी भी प्रेरणा नई ऊर्जा के साथ इसी स्थान से मिलेगी। साथियों, हर राष्ट्र का दायित्व होता है कि वो अपने इतिहास को संजो कर रखें। इतिहास में हुई घटनाएं हमें सिखाती भी है और आगे बढ़ने की दिशा भी देती है। जलियांवाला बाग जैसी ही एक और विभीषिका हमने भारत विभाजन के समय भी देखी है। पंजाब के पश्चिमी और परिश्रमी और जिंदा दिल लोग तो विभाजन के बहुत बड़े भुक्तभोगी रहे हैं। विभाजन के समय जो कुछ हुआ उसकी पीड़ा आज भी हिंदुस्तान के हर कोने में और विशेषकर पंजाब के परिवारों में हम अनुभव करते हैं। किसी भी देश के लिए अपने अतीत की ऐसी विभीषिकाओं को नजरअंदाज करना सही नहीं है। इसलिए भारत ने 14 अगस्त को हर वर्ष विभाजन विभीषिका स्मृति दिवस के रूप में आने वाली पीढ़ियों को याद रखें, इसलिए इसे मनाने का फैसला किया है। विभाजन विभीषिका स्मृति दिवस आने वाली पीढ़ियों को भी याद दिलाएगी कि कितनी बड़ी कीमत चुकाकर हमें स्वतंत्रता मिली है। वो उस दर्द, उस तकलीफ को समझ सकेंगे जो विभाजन के समय करोड़ों भारतीयों ने सही थी। साथियों, गुरुबानी हमें सिखाती है, सुखु होवे सेव कमाणियां, अर्थात सुख दूसरों की सेवा से ही आता है। हम सुखी तभी होते हैं जब हम अपने साथ साथ अपनों की पीड़ा को भी अनुभव करते हैं। इसलिए आज दुनिया भर में कहीं भी कोई भी भारतीय अगर संकट में गिरता है तो भारत पूरे सामर्थ्य से उसकी मदद के लिए खड़ा हो जाता है। कोरोना काल हो या फिर अफगानिस्तान का वर्तमान संकट,
दुनिया ने इसे निरंतर अनुभव किया है। ऑपरेशन देवी शक्ति के तहत अफगानिस्तान से सैकड़ों साथियों को भारत लाया जा रहा है। चुनौतियां बहुत हैं, हालात मुश्किल है, लेकिन गुरु कृपा भी हम पर बनी हुई है। हम लोगों के साथ पवित्र गुरु ग्रंथ साहब के स्वरूप को भी शीश पर रखकर भारत लाए हैं। साथियों, बीते वर्षों में देश ने अपनी इस जिम्मेदारी को निभाने के लिए जी जान से प्रयास किया है। मानवता की जो सीख हमें गुरुओं ने दी थी, उसे सामने रखकर देश ने ऐसी परिस्थितियों से सताए हुए अपने लोगों के लिए नए कानून भी बनाए हैं। साथियों, आज जिस प्रकार की वैश्विक परिस्थितियां बन रही है, उससे हमें यह एहसास भी होता है कि एक भारत श्रेष्ठ भारत के क्या मायने होते हैं। ये घटनाएं हमें याद दिलाती हैं कि राष्ट्र के रूप में हर स्तर पर आत्मनिर्भरता और आत्मविश्वास क्यों जरूरी है, कितना जरूरी है। इसलिए आज जब हम आजादी के 75 साल मना रहे हैं, तो यह आवश्यक है कि हम अपने राष्ट्र की बुनियाद को मजबूत करें, उस पर गर्व करें। आजादी का अमृत महोत्सव आज इसी संकल्प को लेकर के आगे बढ़ रहा है। अमृत महोत्सव में आज गांव-गांव में सेनानियों को याद किया जा रहा है, उनको सम्मानित किया जा रहा है। देश में जहां भी आजादी की लड़ाई के महत्वपूर्ण पड़ाव है, उनको सामने लाने के लिए एक समर्पित सोच के साथ प्रयास हो रहे हैं। देश के राष्ट्र नायकों से जुड़े स्थानों को आज संरक्षित करने के साथ ही वहां नए आयाम भी जोड़े जा रहे हैं। जलियांवाला बाग की तरह ही आजादी से जुड़े दूसरे राष्ट्रीय स्मारकों का भी नवीनीकरण जारी है। इलाहाबाद म्यूजियम में 1857 से लेकर 1947 की हर क्रांति को प्रदर्शित करने वाली देश की पहली इंटरैक्टिव गैलरी, इसका निर्माण जल्द ही पूरा हो जाएगा। क्रांतिवीर चंद्रशेखर आजाद को समर्पित यह आजाद गैलरी सशस्त्र क्रांति से जुड़े वहां उस समय के दस्तावेज, कुछ चीजें, उसका भी एक डिजिटल अनुभव देगी। इसी प्रकार कोलकाता में विप्लवी भारत गैलरी के में भी क्रांति के चिन्हों को भावी पीढ़ी के लिए आधुनिक तकनीक के माध्यम से आकर्षक बनाया जा रहा है। इससे पहले सरकार द्वारा आजाद हिंद फौज के योगदान को भी इतिहास के पिछले पन्नों से निकालकर सामने लाने का प्रयास किया गया है। अंडमान में जहां नेताजी ने पहली बार तिरंगा फहराया, उस स्थान को भी नई पहचान दी गई है। साथ ही अंडमान के द्वीपों का नाम भी स्वतंत्रता संग्राम के लिए समर्पित किया गया है। भाइयों और बहनों, आजादी के महायज्ञ में हमारे आदिवासी समाज का बहुत बड़ा योगदान है। जनजातीय समूहों ने त्याग और बलिदान की अमर गाथाएं आज भी हमें प्रेरणा देती है।
इतिहास की किताबों में इसको भी उतना स्थान नहीं मिला जितना उनको मिलना चाहिए था, जिसके वो हकदार थे। देश के 9 राज्यों में इस समय आदिवासी स्वतंत्रता सेनानियों और उनके संघर्ष को दिखाने वाले म्यूजियम पर भी काम चल रहा है। साथियों, देश की ये भी आकांक्षा थी कि सर्वोच्च बलिदान देने वाले हमारे सैनिकों के लिए राष्ट्रीय स्मारक होना चाहिए। मुझे संतोष है कि नेशनल वॉर मेमोरियल आज के युवाओं में राष्ट्र रक्षा और देश के लिए अपना सब कुछ न्यौछावर कर देने की भावना जगा रहे हैं। देश को सुरक्षित रखने के लिए पंजाब सहित देश के कोने कोने को जो हमारे वीर सैनिक शहीद हुए हैं, आज उनको उचित स्थान और उचित सम्मान मिला है। इसी प्रकार हमारे पुलिस बेड़े के लोग, हमारे जो पुलिस के जवान हैं, जो हमारे अर्धसैनिक बल हैं, उनके लिए भी आजादी के इतने दशकों तक देश में कोई राष्ट्रीय स्मारक नहीं था। आज पुलिस और अर्धसैनिक बलों को समर्पित राष्ट्रीय स्मारक भी देश की नई पीढ़ी को प्रेरित कर रहा है। साथियों, पंजाब में तो शायद ही ऐसा कोई गांव, ऐसी कोई गली है जहां शौर्य और सुरवीरता की गाथा न हो। गुरुओं के बताए रास्ते पर चलते हुए पंजाब के बेटे बेटियां मां भारती की तरफ टेढ़ी नजर रखने वालों के सामने चट्टान बनकर खड़े हो जाते हैं। हमारी ये धरोहर और समृद्ध हो, इसके लिए निरंतर प्रयास किए जा रहे हैं। गुरु नानक देव जी का 550वां प्रकाशोत्सव हो, गुरु गोविंद सिंह जी का 350वां प्रकाशोत्सव हो, या फिर गुरु तेग बहादुर जी का 400वां प्रकाशोत्सव हो, ये सभी पड़ाव सौभाग्य से बीते 7 सालों में ही आए हैं। केंद्र सरकार ने प्रयास किया है कि देश में ही नहीं बल्कि पूरी दुनिया में इन पावन पर्वों के माध्यम से हमारे गुरुओं की सीख का विस्तार हो। अपनी समृद्ध धरोहर को भावी पीढ़ियों तक पहुंचाने के लिए काम लगातार जारी है। सुल्तानपुर लोधी को हेरिटेज टाउन बनाने का काम हो, करतारपुर कॉरिडोर का निर्माण हो, ये इसी प्रयास का हिस्सा है। पंजाब की दुनिया के अलग अलग देशों से एयर कनेक्टिविटी हो, या फिर देश भर में जो हमारे गुरुस्थान है उनकी कनेक्टिविटी हो, उसको सशक्त किया गया है। स्वदेश दर्शन योजना के तहत आनंदपुर साहिब, फतेहगढ़ साहिब, फिरोजपुर, अमृतसर, कटखड़ कलां, कलानौर, पटियाला हेरिटेज सर्किट को विकसित किया जा रहा है। कोशिश ये है कि हमारी ये समृद्ध विरासत भविष्य की पीढ़ियों को प्रेरित भी करती रहे और पर्यटन के रूप में సెరెనిటీ మోడల్ హై స్కూల్ విద్యార్థులకు అమ్మఒడి, సామాన్యులకు అందుబాటులో ఉన్న బడి సెరెనిటీ. మేడ్చల్ జిల్లాలో మేటిగా నిలిచి సాటిలేని ఫలితాలను సాధిస్తున్న #1 స్కూల్ సెరెనిటీ. మా ప్రత్యేకతలు ప్రతి విద్యార్థి పట్ల వ్యక్తిగత శ్రద్ధ, యాక్టివిటీ బేస్డ్ లెర్నింగ్ అండ్ డిజిటల్ క్లాస్ రూమ్స్, కంప్యూటర్ ల్యాబ్,
100% ఫలితాలు. స్పోర్ట్స్ అండ్ కల్చరల్ యాక్టివిటీస్, యోగా, అబాకస్ మరియు వేదిక్ మ్యాథ్స్ ఎడ్యుకేషన్. ప్లీజ్ విజిట్ Serenity Model High School, Nagaram. Admissions are in progress. Call 040-271-46899 and 040-271-48699. रोजगार का साधन भी बने। साथियों, आजादी के ये अमृत काल पूरे देश के लिए बहुत महत्वपूर्ण है। इस अमृत काल में हमें विरासत और विकास को साथ लेकर चलना होगा और पंजाब की धरती हमें हमेशा हमेशा से इसकी प्रेरणा देती रही है। आज ये जरूरी है कि पंजाब हर स्तर पर प्रगति करे, हमारा देश चहुं दिशा में प्रगति करे। इसके लिए हमें मिलकर काम करना होगा। सबका साथ, सबका विकास, सबका विश्वास और सबका प्रयास की भावना के साथ साथ हमें काम करते रहना होगा। मुझे पूरा विश्वास है कि जलियांवाला बाग की ये धरती हमें हमारे संकल्पों के लिए सतत ऊर्जा देती रहेगी और देश अपने लक्ष्यों को जल्द पूरा करेगा। इसी कामना के साथ एक बार फिर इस आधुनिक स्मारक की बहुत बहुत बधाई, बहुत बहुत धन्यवाद। संबंधों को जोड़ना एक कला है, लेकिन संबंधों को निभाना एक साधना है। देश की विजय गाथा में प्राणों की आहुति देने वाले प्रत्येक नर नारी को शत शत नमन। प्रस्तुत है इस पुण्य स्थली श्रद्धा योग्य स्मारक स्थल की ऐतिहासिक गाथा को दर्शाता हिंदी और पंजाबी दोनों भाषाओं में विशेष रूप से तैयार किया लाइट एंड साउंड शो, जो कल से दर्शनार्थियों के लिए भी उपलब्ध रहेगा। ਇਹ ਹੈ ਲਾਈਟ ਐਂਡ ਸਾਊਂਡ ਦੀ ਉਹ ਖੂਬਸੂਰਤ ਪੇਸ਼ਕਾਰੀ ਜੋ ਅੱਜ ਤੋਂ ਬਾਅਦ ਹਰ ਰੋਜ਼ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਆਉਣ ਵਾਲੇ ਸੈਲਾਨੀਆਂ ਨੂੰ ਦਿਖਾਈ ਜਾਇਆ ਕਰੇਗੀ।
శివగాయత్రి ఎంటర్ప్రైజెస్ డిస్ట్రిబ్యూటర్స్ ఫర్ సబ్మెర్సిబుల్ పంప్స్ మీ గృహ వ్యవసాయ పారిశ్రామిక నీటి అవసరాలకు స్పైరన్ మరియు కోర్సా సబ్మెర్సిబుల్ పంప్స్ మరియు డిస్ట్రిబ్యూటర్స్ ఫర్ వాటర్ సాఫ్ట్నర్స్ హిమజల్ ఆర్వో ప్లస్ ఆల్కలైన్ వాటర్ ప్యూరిఫైర్స్ శివగాయత్రి ఎంటర్ప్రైజెస్.
ਇਸ ਦੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਕੈਬਨਿਟ ਮੰਤਰੀ ਸਾਹਿਬਾਨ, ਰਾਜਾਂ ਦੇ ਰਾਜਪਾਲ ਸਾਹਿਬਾਨ, ਰਾਜਾਂ ਦੇ ਮੁੱਖ ਮੰਤਰੀ ਸਾਹਿਬਾਨ, MP ਸਾਹਿਬਾਨ, MLA ਸਾਹਿਬਾਨ, ਪਤਵੰਤੇ ਸੱਜਣਾ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਜਿਨ੍ਹਾਂ ਨੇ ਅੱਜ ਦੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ इस मान विच वादा किया है। इसी के साथ आज का विशेष आयोजन यहीं समाप्त होता है। आप सभी की उपस्थिति के लिए धन्यवाद। नमस्कार। नमस्कार। स्वामी बोधानंद गोसेव आश्रमम सैथापुर। జ్యోతిష్యం వాస్తుశాస్త్రం మన పూర్వీకులు మనకిచ్చిన వరం. దుర్గాదేవి కాలభైరవ ఉపాసనతో వాక్సిద్ధి పొందిన శ్రీ శ్రీ బోధానందగిరి స్వామివారు మీకు ఎలాంటి సమస్యలున్నా, వాటిలో ముఖ్యంగా ధన నష్టం, ఆరోగ్య నష్టం, భార్యాభర్తల మధ్య గొడవలు, ప్రేమించుకున్న వారు దూరం అవడం, ఎన్ని సంబంధాలు వచ్చినా పెళ్లి ముడి పడకపోవడం, రోడ్డు ప్రమాదాలు, అప్పుల బాధలు, వ్యవసాయంలో నష్టాలు, పెద్దల మాట పిల్లలు వినకపోవడం, ఆరోగ్య శాంతి, గృహశాంతి, మనశ్శాంతి లేకపోవడం, ఇలాంటి సమస్యలు ఉన్నట్లయితే ఒక్కసారి స్వామీజీని కలవండి. మీ సమస్యలకు తగిన పరిష్కారాన్ని పొందండి. అంతేకాక అన్ని రకాల వ్యాధులకు గోపంచగవ్య మరియు మూలికా వైద్యం చేయబడును. నమ్మకంతో రండి, ఆయురారోగ్యాలతో వర్ధిల్లండి. మా అడ్రస్ స్వామి బోధానంద గోసేవ ఆశ్రమం, సైథాపూర్, వీరభద్ర స్వామి గుడి దగ్గర, యాదగిరిగుట్ట. సంప్రదించవలసిన నెంబర్ 9849213754 మరియు 9618034138.